बोले सोने हाल सासरी अकाल। सतनाम वाहिगुरु वाहिगुरु साहिब जीओ। सतगुर आयो शरण तुहारी, मिलै सुख नाम हर शोभा। चिंता लाहे हमारी, सतगुर आयो शरण तुहारी। हाँ आया दूरों चल के, मैं तकी तो शरणाए जियो। मैं आशा रखी चित में, मेरा सबो दुख गवाए जियो। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सच्चे पातशाह दीन दुनी दे वाली, पीरो मुर्शद गरीब निवाज सतगुरु श्री गुरु ग्रंथ साहिब जी महाराज जी पावन पवित्र चरना कमलों पास बैठ के साहिब जी की कृपा नाल जगत गुरु गुरु नानक साहिब जी ते मीरी पीरी दे प्रतख संस्थापक साहिब श्री गुरु हरगोबिंद साहिब सच्चे पातशाह जी की चरण छो प्राप्त इस पावन अस्थान ते गुरु ग्रंथ साहिब जी की छत्र छाया हेठ जुड़ बैठे गुरु प्यारिओ, आओ गुरु शब्द ते गुरु इतिहास की विचार तो पहला गुरु फतेह की सांझ करिए जी। वाहिगुरु जी का खालसा, वाहिगुरु जी की फतेह। साहिबां जी दे हजूर, गुरु साहिब जी दे हजूर नतमस्तक होए बैठे आप समूह गुरु प्यारे साहिब जी दे प्यार विच भिजियां होइयां रूहां दे मालक हो। जो समा मेरे जिम्मे लगा है, आओ प्रबंधकां दे बख्शे हुए हुक्म अनुसार गुरु नानक साहिब जी के पावन जीवन दियां कुछ छोटियां छोटियां झलकियां विचों अपनी जिंदगी नूं सवारन दे लई कोई चोग चुगण दा यतन करिए। जगत गुरु गुरु नानक साहिब जी दे बहुत सारे टीचियां दे विचों भाई गुरदास जी ने एक टीचा लिखिया है, जिहड़ी साडे लई बड़ी वड्डी वडियाई वाली गल है। और वो टीचा जिहड़ा गुरु नानक साहिब जी ने सर कीता ते अपने खालसा पंथ दे अगे वो टीचा धरिया भी
ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੁਆ। ਉਹ ਸਮਾਂ ਜਦੋਂ ਕੇਵਲ ਧਾਰਮਿਕ ਸਥਾਨਾਂ ਤੇ ਕੁਝ ਗਿਣਵੇਂ ਚੁਣਵੇਂ ਲੋਕਾਂ ਨੂੰ ਹੀ ਧਾਰਮਿਕ ਕਿਰਿਆਵਾਂ ਕਰਨ ਤੇ ਉਹਨਾਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਸੀ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਨਾਲ ਸਾਡੇ ਸਭਨਾਂ ਦੇ ਸਿਰ ਤੇ ਹੱਥ ਧਰਿਆ ਤੇ ਉਹ ਜਿਹੜਾ ਏਕਾਧਿਕਾਰ ਸੀ, ਮੋਨੋਪੋਲੀ ਸੀ, ਉਹਨੂੰ ਖਤਮ ਕਰਕੇ ਪਰਮਾਤਮਾ ਦੀਆਂ ਸਿਫਤਾਂ ਕਰਨ ਦਾ, ਉਹਦੀ ਯਾਦ ਵਿੱਚ ਜੁੜ ਬੈਠਣ ਦਾ ਹੱਕ ਇੱਕ ਬੱਚੇ ਨੂੰ ਜਿਵੇਂ ਆਪਣੇ ਬਾਪ ਦੀ ਗੋਦ ਵਿੱਚ ਬੈਠਣ ਦਾ ਜਮਾਂਦਰੂ ਹੱਕ ਹੁੰਦਾ ਏ, ਤੇ ਸਦੀਆਂ ਤੋਂ ਵਾਂਝੇ ਸਾਡੇ ਬਜ਼ੁਰਗ, ਸਾਡੇ ਵੱਡੇ ਵਡੇਰੇ, ਜਿਨ੍ਹਾਂ ਨੂੰ ਇਸ ਹੱਕ ਤੋਂ ਵਾਂਝਿਆਂ ਰੱਖਿਆ ਗਿਆ, ਉਹ ਹੱਕ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਝੋਲੀ ਵਿੱਚ ਪਾ ਕੇ ਇੱਕ ਦਾਤ ਬਖਸ਼ੀ ਤੇ ਨਾਲੇ ਇਹ ਦਾਤ ਬਖਸ਼ੀ ਕਿ ਸਾਨੂੰ ਆਪਣੀ ਗੋਦ ਵਿੱਚ ਵੀ ਬਿਠਾ ਲਿਆ। ਜਦੋਂ ਇਸ ਚੀਜ਼ ਦਾ ਅਹਿਸਾਸ ਆਪਣੇ ਅੰਦਰ ਕਰਾਂਗੇ ਨਾ, ਕਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਡਿਆਇਆ। ਆਪਾਂ ਗੁਰੂ ਪੰਚਮ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਬੜੇ ਵਿਸ਼ੇਸ਼ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਨੂੰ ਬਿਆਨ ਕਰਦਿਆਂ ਸਾਨੂੰ ਸਮਝਾਏ ਨੇ ਕਿ ਮਤਾਂ ਕਿਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਪੱਧਰ ਦਾ ਕੋਈ ਮਨੁੱਖ ਮਾਤਰ ਹੀ ਸਮਝ ਕੇ ਉਹਨਾਂ ਦੀਆਂ ਗੱਲਾਂ, ਜੀਵਨ ਦੀਆਂ ਵਿਚਾਰਾਂ ਕਰੀ ਚੱਲੀਏ। ਬੜੀ ਵੱਡੀ ਵਡਿਆਈ ਸੀ। ਘਰ ਘਰ ਅੰਦਰ ਧਰਮਸ਼ਾਲ, ਹਰ ਘਰ ਦੇ ਵਿੱਚ ਇੱਕ ਧਰਮਸ਼ਾਲ ਹੋਵੇ, ਭਾਵ ਜਿੱਥੇ ਰੱਬ ਦੀ ਵਿਚਾਰ ਚੱਲੇ, ਗੁਰਬਾਣੀ ਦਾ ਪਾਠ ਹੋਵੇ, ਗੁਰਬਾਣੀ ਦਾ ਕੀਰਤਨ ਹੋਵੇ ਕੀਰਤਨ ਸਦਾ ਵਿਸੋਆ। ਕੀਰਤਨ ਦਾ ਜਿਹੜਾ ਆਖਰੀ ਅਰਥ ਹੈ ਉਹ ਹੈ ਪਰਮਾਤਮਾ ਦੀਆਂ ਸਿਫਤਾਂ ਕਰਨੀਆਂ, ਜਿਹੜੀਆਂ ਸਾਥੋਂ ਇਹ ਕਹਿ ਕੇ ਵੀ ਖੋਹ ਲਈਆਂ ਗਈਆਂ ਕਿ ਇਹਨਾਂ ਨੀਵੀਆਂ ਕਹੀਆਂ ਜਾਣ ਵਾਲੇ ਜਾਤਾਂ ਦੇ ਲੋਕ ਜੇ ਸੁਣਦੇ ਵੀ ਨੇ ਤੇ ਇਹਨਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ, ਪੱਕਾ ਹੀ ਸੁਣਨਾ ਬੰਦ ਕਰ ਦਿਓ। ਇਹਨਾਂ ਦੀ ਜੁਰਤ ਕਿੱਦਾਂ ਹੋਈ ਕਿ ਰੱਬ ਦੀ ਗੱਲ ਸੁਣਨ ਦੇ ਲਈ ਰੱਬ ਦੇ ਕਹੇ ਜਾਣ ਵਾਲੇ ਘਰ ਵੱਲ ਆ ਜਾਣ। ਹੁਣ ਅਸੀਂ ਅੱਗੇ ਦੇਖਣਾ, ਇੱਕ ਸਾਡਾ ਉਹ ਘਰ ਹੈ ਜਿਹਨੂੰ ਗੁਰੂ ਸਾਹਿਬ ਜੀ ਨੇ ਧਰਮਸ਼ਾਲਾ ਬਣਾਇਆ। ਇੱਕ ਹਿਰਦੇ ਘਰ ਦੀ ਗੱਲ ਵੀ ਗੁਰਬਾਣੀ ਨੇ ਸਾਨੂੰ ਸਮਝਾਈ ਹੈ, ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ ਸਮੇਂ ਦੇ ਹਿਸਾਬ ਨਾਲ। ਸਾਡਾ ਘਰ ਜਿਹੜਾ ਇੱਟਾਂ ਦਾ, ਮਿੱਟੀ ਦਾ ਬਣਿਆ ਚਾਰ ਦੀਵਾਰੀ ਹੈ, ਉੱਥੇ ਵੀ ਪਰਮਾਤਮਾ ਦੀ ਬਾਤ ਚੱਲੇ, ਅਸੀਂ ਪਾਠ ਕਰੀਏ ਤੇ ਹਿਰਦੇ ਦੇ ਵਿੱਚ ਵੀ ਪਰਮਾਤਮਾ ਦੀ ਬਾਤ ਚੱਲੇ, ਜਿਹਨੂੰ ਸਿਮਰਨ ਕਹਿੰਦੇ ਨੇ। ਔਰ ਇਸੇ ਬਾਤ ਨੂੰ ਚਲਾਉਣ ਲਈ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸ਼੍ਰੋਮਣੀ ਰਚਨਾ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੁੰਦੀ ਹੈ, ਉਸ ਬਾਣੀ ਦਾ ਨਾਮ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪ, ਇਹ ਸਿਰਲੇਖ ਰੱਖਿਆ, ਨਾਮ ਹੈ ਬਾਣੀ ਦਾ। ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਆਖਦੇ ਹਾਂ। ਸਾਨੂੰ ਸਵੇਰ ਵੇਲੇ ਅੰਮ੍ਰਿਤ ਵੇਲਾ ਸਾਂਭਦਿਆਂ ਪਹਿਲੀ ਬਾਣੀ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਹੁੰਦਾ ਤੇ ਪਹਿਲਾ ਸ਼ਬਦ ਹੀ ਇਹ ਸਿਰਲੇਖ ਰੂਪ 'ਚ ਹੈ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਨ ਲੱਗਾ। ਉਦੋਂ ਪਤਾ ਚੱਲੇ ਕਿ ਮੇਰੇ ਇਸ ਘਰ ਦੇ ਵਿੱਚ ਵੀ ਉਹਦੀਆਂ ਗੱਲਾਂ ਚੱਲਣੀਆਂ ਚਾਹੀਦੀਆਂ ਨੇ। ਉਹਦੀਆਂ ਗੱਲਾਂ ਚਲਾਉਣ ਦੇ ਲਈ, ਉਹਦੀ ਬਾਤ ਸਮਝਣ ਸਮਝਾਉਣ ਦੇ ਲਈ ਜਿਹੜੀ ਵੱਡਮੁੱਲੀ ਦਾਤ ਦਿੱਤੀ, ਹਰ ਰੋਜ਼ ਅਸੀਂ ਆਪਣਾ ਇੱਕ ਡੇ ਪਲਾਨ ਤਿਆਰ ਕਰਦੇ ਹਾਂ। ਕਈ ਦਿਨ ਪਹਿਲਾਂ ਹੀ ਸੋਚ ਲੈਂਦੇ ਹਾਂ ਫਲਾਣੇ ਦਿਨ ਆਹ ਕੰਮ ਕਰਾਂਗੇ, ਆਹ ਕੰਮ ਕਰਾਂਗੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਵਧੀਆ ਵੇਲਾ ਸਾਨੂੰ ਚੋਣ ਕਰਕੇ ਦਿੱਤਾ, ਜਿਹਦੀ ਵਡਿਆਈ ਵੀ ਆਪ ਕੀਤੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੀ ਜੇ ਇਸ ਸਮੇਂ ਬਹਿ ਕੇ ਘਰ ਘਰ ਅੰਦਰ ਧਰਮਸ਼ਾਲ ਦਾ ਯਤਨ ਕਰੀਏ ਤੇ ਬੜੇ ਆਰਾਮ ਦੇ ਨਾਲ ਸਾਡਾ ਹਿਰਦਾ ਘਰ ਵੀ ਜਿਹੜਾ ਨਾ ਉਹ ਇੱਕ ਗੁਰਦੁਆਰੇ ਵਾਂਗ ਸਾਫ਼, ਪਾਕ, ਪਵਿੱਤਰ ਬਣ ਸਕਦਾ। ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਤੇ ਕਿੰਨੇ ਨਿਰਮਾਣ ਹੁੰਦੇ ਆ। ਗੁਰਦੁਆਰਾ ਸਾਹਿਬ ਵੜਦਿਆਂ ਸਾਰੀ ਕੋਈ ਸਾਡੀ ਆ ਜੋੜਿਆਂ ਦੀ ਸੇਵਾ ਲਈ ਤਿਆਰ ਹੈ, ਕੋਈ ਸਾਡੀ ਬਾਈਕ ਜਾਂ ਗੱਡੀ ਲਵਾ ਰਿਹਾ। ਉਦੋਂ ਅੱਗੇ ਚੱਲਦੇ ਆ ਤੇ ਲੰਗਰ ਵਿੱਚ ਆਪਣੇ ਆਪ 'ਚ ਭਾਵੇਂ ਕਿੰਨੇ ਢਨਾੜ ਕਹਿੰਦੇ ਘਾਉਂਦੇ ਹੋਣ,
ਟਾਟਾਂ ਦੇ ਬਹਿ ਕੇ ਬਰਾਬਰ ਸੰਗਤ ਵਿੱਚ ਆਪਾਂ ਪ੍ਰਸ਼ਾਦਾ ਛਕਦੇ ਹਾਂ, ਵਰਤਾਉਣ ਵਾਲੇ ਸੇਵਾ ਕਰ ਰਹੇ ਨੇ, ਭਾਂਡਿਆਂ ਦੀ ਸੇਵਾ ਹੋ ਰਹੀ ਹੈ, ਜੋੜੇ ਘਰ 'ਚ ਜੁੱਤੀਆਂ ਫਟਾਫਟ ਪਾਲਸ਼ ਕੀਤੀਆਂ ਜਾ ਰਹੀਆਂ, ਸਾਫ਼ ਕੀਤੀਆਂ ਜਾ ਰਹੀਆਂ। ਜੇ ਇਸ ਹਿਰਦੇ 'ਚ ਵੀ ਇਦਾਂ ਦੀ ਨਿਮਰਤਾ ਆ ਜਾਵੇ ਤੇ ਇਹ ਹਿਰਦਾ ਵੀ ਕਿਸੇ ਗੁਰੂ ਅਸਥਾਨ ਵਾਂਗੂ ਪਵਿੱਤਰ ਹੋ ਜਾਵੇ ਤੇ ਆਨੰਦ ਬਣ ਜਾਵੇ। ਇਹੀ ਆਨੰਦ ਦੀ ਅਵਸਥਾ ਹੈ ਜਿਹਨੂੰ ਸਾਹਿਬ ਸਮਝਾਉਂਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿੰਨੇ ਸਾਫ਼ ਹੋਵਾਂਗੇ ਉਨੇ ਸਤਿਗੁਰੂ ਜੀ ਦੇ ਨੇੜੇ ਹੋਵਾਂਗੇ। ਸਿਰਫ ਤਨ ਧੋਤਿਆਂ ਹੀ ਗੱਲ ਨਹੀਂ ਬਣਦੀ, ਮਨ ਨੂੰ ਵੀ ਧਵਾਉਣਾ ਪਵੇਗਾ। ਸਾਡੇ ਗੁਰੂ ਘਰਾਂ 'ਚ ਸਰੋਵਰ ਸਾਡੇ ਤਨ ਦੀ ਸਵੱਛਤਾ ਲਈ ਨੇ ਤੇ ਉੱਥੋਂ ਬਾਅਦ ਗੁਰੂ ਸਾਹਿਬ ਜੀ ਨੇ ਸਿਰਫ ਇਹਨਾਂ ਨਹੀਂ ਕਿਹਾ ਵੀ ਇੱਥੋਂ ਹੀ ਮੁੜ ਜਾਈਂ, ਵੀ ਸਰੋਵਰ 'ਚ ਇਸ਼ਨਾਨ ਕੀਤਾ ਤੇ ਬਸ ਗੱਲ ਖਤਮ ਹੋ ਗਈ, ਚੱਲੀਏ ਘਰ ਨੂੰ। ਪਹਿਲਾਂ ਸਰੋਵਰ ਦਾ ਇਸ਼ਨਾਨ ਕਰਦੇ ਆ, ਫਿਰ ਮਨ ਦਾ ਇਸ਼ਨਾਨ ਕਰਾਉਣ ਲਈ ਗੁਰਬਾਣੀ ਦਾ ਪਾਠ, ਗੁਰਦੁਆਰਾ ਸਾਹਿਬ ਜੀ ਦੀ ਹਾਜ਼ਰੀ, ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕਣਾ, ਚੱਲਦਾ ਕਥਾ ਕੀਰਤਨ ਸੁਣਨਾ। ਸ਼ਾਇਦ ਇਹਨੂੰ ਅਸੀਂ ਅਜੇ ਤੱਕ ਸਮਝ ਨਹੀਂ ਸਕੇ। ਇਹ ਮਨ ਦੇ ਨਿਭਾਉਣ ਦਾ ਇੱਕ ਤਰੀਕਾ ਸੀ। ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਉਹ ਸਾਰੀ ਸਾਖੀ ਨਹੀਂ ਬਿਆਨ ਕਰਾਂਗਾ। ਬਹੁਤ ਵਾਰੀ ਫੋਟੋਆਂ 'ਚ ਦੇਖਿਆ ਕਿ ਸੱਪ ਗੁਰੂ ਨਾਨਕ ਸਾਹਿਬ ਜੀ ਨੂੰ ਛਾਂ ਕਰਦਾ ਪਿਆ। ਸੱਪ ਸਾਨੂੰ ਇਹ ਸਮਝਾ ਰਿਹਾ ਕਿ ਦੁਨੀਆ ਦਾ ਉਹ ਸਾਰਾ ਪਦਾਰਥ ਜਿਹੜਾ ਬੰਦੇ ਨੂੰ, ਕਿਉਂਕਿ ਸੱਪ ਜ਼ਹਿਰ ਦਾ ਸੂਚਕ ਹੈ, ਉਹ ਸਾਰੇ ਪਦਾਰਥ ਜਿਹੜੇ ਜ਼ਹਿਰ ਬਣ ਕੇ ਸਾਨੂੰ ਇਦਾਂ ਚੰਬੜੇ ਨੇ, ਇਦਾਂ ਚੰਬੜੇ ਨੇ, ਉਹ ਸਾਨੂੰ ਪਰਮਾਤਮਾ ਦੇ ਨੇੜੇ ਨਹੀਂ ਹੋਣ ਦੇ ਰਹੇ। ਜੇ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਹੋ ਜਾਈਏ ਤੇ ਐਵੇਂ ਜ਼ਹਿਰ ਮਗਰ ਭੱਜੇ ਫਿਰਦੇ ਆ। ਜ਼ਹਿਰ ਤਾਂ ਛਾਵਾਂ ਕਰਦੀ ਫਿਰਦੀ ਹੈ, ਇਹ ਪਦਾਰਥ ਤੇ ਛਾਵਾਂ ਕਰਦੇ ਫਿਰਨਗੇ। ਜੇ ਗੁਰੂ ਨਾਨਕ ਸਾਹਿਬ ਜੀ ਤੇ ਛਾਂ ਕਰਦੇ ਨੇ ਤੇ ਸਾਡੇ ਤੇ ਵੀ ਛਾਵਾਂ ਕਰਦੇ ਫਿਰਨਗੇ। ਸਾਨੂੰ ਇਹਨਾਂ ਦੇ ਤਰਲੇ ਨਹੀਂ ਕੱਢਣੇ ਪੈਣਗੇ, ਇਹ ਸਾਡੇ ਤਰਲੇ ਕੱਢਦੇ ਫਿਰਨਗੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨੌਕਰ ਨੇ। ਸਾਨੂੰ ਇਹਨਾਂ ਨੂੰ ਆਪਣੇ ਮਾਲਕ ਬਣਾਉਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਨੂੰ ਮਾਲਕ ਬਣਾ ਲਈਏ ਤੇ ਉਸ ਮਾਲਕ ਦੇ ਘਰ ਦੇ ਜਿਹੜੇ ਨੌਕਰ ਨੇ ਨਾ, ਉਹ ਸਾਡੀ ਵੀ ਸੇਵਾ ਜ਼ਰੂਰ ਕਰਨਗੇ। ਕਿਸੇ ਦੇ ਘਰ ਚਲੇ ਜਾਈਏ, ਦਫ਼ਤਰ ਚਲੇ ਜਾਈਏ, ਆਪੋ ਆਪਣੀ ਕਿਰਤ ਹੈ ਭਾਈ, ਤੇ ਉੱਥੇ ਜਿਸ ਬੰਦੇ ਦੇ ਜ਼ਿੰਮੇ ਕੰਮ ਲੱਗਾ ਵੀ ਤੂੰ ਪਾਣੀ ਧਾਣੀ ਪਿਆਉਣਾ ਹੀ, ਆਏ ਗਏ ਨੂੰ ਚਾਹ ਪਾਣੀ ਛਕਾਉਣਾ ਹੀ, ਘਰ ਦੇ ਮਾਲਕ ਨੂੰ ਮਿਲਣ ਜਾਈਏ ਤੇ ਉਹ ਸਾਨੂੰ ਵੀ ਚਾਹ ਪਾਣੀ ਜ਼ਰੂਰ ਛਕਾਉਂਦਾ। ਤੇ ਦੁਨੀਆ ਦੀ ਮੋਹ ਮਾਇਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੂੰ ਛਾਵਾਂ ਕਰਦੀ ਫਿਰਦੀ ਹੈ, ਉਹ ਸਾਨੂੰ ਇਹ ਸਿਖਾ ਰਹੀ ਹੈ ਵੀ ਜੇ ਗੁਰੂ ਨਾਨਕ ਦਾ ਹੋ ਜਾਏਗਾ ਤੇ ਛਾਵਾਂ ਤੇਰੇ ਤੇ ਵੀ ਹੋਣਗੀਆਂ। ਤੂੰ ਤਾਂ ਮੇਰੇ ਆ ਕੇ ਅੱਗੇ ਨੱਕ ਕੰਨ ਗੋਡੇ ਰਗੜਦਾ ਫਿਰਦਾ ਹੈ। ਛਾਂ ਦਾ ਟਿਕ ਜਾਣਾ ਕਿ ਛਾਂ ਹਿੱਲੀ ਨਹੀਂ। ਜਾਣ ਵਾਲੇ ਆਉਣ ਵਾਲੇ ਰਾਏ ਬੁਲਾਰ ਵਰਗੇ ਦੇਖਦੇ ਨੇ ਛਾਂ ਸਥਿਰ ਹੈ। ਇਹ ਇਸ ਗੱਲ ਨੂੰ ਸਾਨੂੰ ਸਮਝਾ ਰਹੀ ਹੈ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਛਾਵਾਂ ਨੇ, ਛਾਂ ਠੰਡਕ ਦਾ ਪ੍ਰਤੀਕ ਹੈ। ਇੱਕ ਬੰਨੇ ਸੱਪ ਦਾ ਸਾਨੂੰ ਵੇਰਵਾ ਮਿਲਦਾ, ਦੂਜੇ ਬੰਨੇ ਸਾਨੂੰ ਇਹ ਵੇਰਵਾ ਮਿਲਦਾ ਛਾਂ ਦਾ, ਕਿ ਛਾਂ ਹਿੱਲੀ ਨਹੀਂ, ਸਥਿਰ ਹੈ, ਆਪਣੀ ਥਾਂ ਤੇ ਟਿਕੀ ਹੋਈ ਹੈ, ਲਗਾਤਾਰ ਹੈ। ਛਾਂ ਠੰਡਕ ਦਾ ਸੂਚਕ ਹੈ, ਸੱਪ ਜ਼ਹਿਰ ਦਾ, ਤੱਤੇਪਨ ਦਾ, ਆਪਣੇ ਆਪ ਨੂੰ ਕਲਪਾਉਣ ਦਾ ਸੂਚਕ ਹੈ, ਜਿਹਨੂੰ ਸਾਹਿਬ ਗੁਰਬਾਣੀ ਅੰਦਰ ਸਮਝਾਉਂਦੇ ਨੇ। ਤਪ ਤਪ ਲੋਹ ਲੋਹ ਹਾਥ ਮਰੋਰੋਂ, ਬਾਵਲ ਹੋਈ ਸੋ ਸ਼ਹ ਲੋਹਰੋਂ। ਇਹ ਵਾਲੀ ਜਿਹੜੀ ਅਵਸਥਾ ਹੈ ਨਾ, ਬੰਦਾ ਪਦਾਰਥਾਂ ਪਿੱਛੇ ਭੱਜ ਭੱਜ ਕੇ ਕਮਲਾ ਜਿਹਾ ਹੋਇਆ ਫਿਰਦਾ, ਮਾਇਆ ਦੇ ਚੱਕਰਾਂ 'ਚ ਕਮਲਾ ਹੋਇਆ ਫਿਰਦਾ। ਗੁਰੂ ਨਾਨਕ ਸਾਹਿਬ ਜੀ ਦਾ ਘਰ ਇਦਾਂ ਦਾ ਹੈ ਜਿੱਥੇ ਆ ਕੇ ਠੰਡਕ ਮਿਲਦੀ ਹੈ, ਔਰ ਠੰਡਕ ਵੀ ਇਦਾਂ ਦੀ ਮਿਲਦੀ ਹੈ ਵੀ ਉਹ ਕਿਤੇ ਘੜੀ ਪਲਦੀ ਨਹੀਂ ਹੈ ਵੀ 2-4 ਸੂਟੇ ਲਾਉਣ ਨਾਲ ਜਰਾ ਕੋ ਮਨ ਦਾ ਸਰੂਰ ਦਿਮਾਗ ਦੀ ਥੋੜੀ ਜੀ ਇਹ ਦੇਖੀ ਵੀ ਹਾਂ ਹੁਣ ਟਿਕਾ ਜਿਹਾ ਮਿਲਿਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਜਿਹੜਾ ਸੱਚੇ ਨਾਮ ਦਾ ਭੋਜਨ ਹੈ ਨਾ, ਉਹ ਪੱਕਾ ਸਥਿਰ ਹੈ। ਜਦੋਂ ਇੱਕ ਵਾਰ ਮਿਲ ਜਾਵੇ ਗੁਰੂ ਨਾਨਕ ਦੇ ਦਰ ਦੀ, ਪਿਆਰ ਦੀ, ਮੁਹੱਬਤ ਦੀ ਛਾਂ, ਇਹ ਫਿਰ ਕਦੇ ਦੂਰ ਨਹੀਂ ਹੁੰਦੀ, ਭਾਵੇਂ ਜੋ ਮਰਜ਼ੀ ਪਿਆ ਹੁੰਦਾ ਰਹੇ। ਇਹੀ ਤਾਂ ਸੂਚਕ ਸੀ ਕਿ ਭਾਵੇਂ ਤੱਤੀ ਤਵੀ ਵੀ ਆ ਜਾਵੇ, ਗੁਰੂ ਨਾਨਕ ਸਾਹਿਬ ਦੇ ਪਿਆਰ ਦੀ ਠੰਡ ਜਿਹੜੀ ਹੈ ਨਾ, ਉਹ ਤੱਤੀ ਤਵੀ ਤੋਂ ਵੀ ਕਈ ਦਰਜੇ ਉੱਚੀ ਹੈ। ਇਸੇ ਲਈ ਤਾਂ ਸਾਹਿਬ ਜੀ ਨੇ ਇਹ ਤਰਾਨਾ ਗਾ ਕੇ ਸਾਨੂੰ ਸਮਝਾਇਆ ਸੀ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੁਣੇ ਹੁਣੇ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਸਾਰਾ ਸਿੱਖ ਜਗਤ ਇਹ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਹਿਰਦਿਆਂ ਦੀਆਂ ਧਰਤੀਆਂ ਤੇ ਬੀਜਿਆ ਹੋਇਆ ਬੀਜ ਸੀ
ਕਿ ਜਿਨੇ ਗੁਰੂ ਨਾਨਕ ਸਾਹਿਬ ਦੇ ਦਰ ਦਾ ਪਿਆਰ ਰੂਪੀ ਛਾਇਆ ਛਾਂ ਲੈ ਲਈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਸਰੀਰ ਤੇ ਆਰਾ ਚੱਲ ਰਿਹਾ ਜਾਂ ਮੇਰੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਇਹ ਤਮਾਸ਼ਾ ਦੇਖ ਰਹੀ ਹੈ ਜ਼ਾਲਮ ਹਕੂਮਤ ਕਿ ਕਿੰਨਾ ਸੜਦਾ ਏ। ਕੋਈ ਫਰਕ ਨਹੀਂ ਪੈਂਦਾ ਇਸ ਬਾਤ ਨਾਲ ਕਿ ਦੇਗ ਵਿੱਚ ਉਬਾਲਾ ਆ ਰਿਹਾ, ਕਿਉਂਕਿ ਅੰਦਰ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਠੰਡਕ ਪਰਮਾਤਮਾ ਦੇ ਨਾਮ ਰਾਹੀਂ ਇਦਾਂ ਦੀ ਹੈ ਕਿ ਕੋਈ ਫਰਕ ਹੀ ਨਹੀਂ ਪੈਂਦਾ ਕਿ ਸਰੀਰ ਉੱਪਰ ਕੀ ਕਿਰਿਆ ਹੋ ਰਹੀ ਹੈ। ਇਦਾਂ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਬਣਾ ਦਿੱਤਾ। ਇਹਦੇ ਲਈ ਸਾਨੂੰ ਇਹ ਧਰਮਸ਼ਾਲਾ ਚਾਹੁੰਦੇ ਆ ਨਾ, ਝਾੜੂ ਵੀ ਲਾਉਂਦੇ ਆ, ਆਪਾਂ ਸੇਵਾ ਕਰਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਇਹ ਟੀਚਾ ਦਿੱਤਾ ਸੀ ਘਰ ਘਰ ਅੰਦਰ ਧਰਮਸ਼ਾਲ ਦਾ, ਗੁਰੂ ਪਿਆਰਿਓ ਆਪਣੇ ਹਿਰਦੇ ਵੱਲ ਵੀ ਦੇਖਣਾ ਪਵੇਗਾ। ਜ਼ਹਿਰ ਸੱਪ ਰੂਪੀ ਕੱਢਣੀ ਪਵੇਗੀ ਤੇ ਛਾਂ ਪ੍ਰਾਪਤ ਕਰਨ ਦੇ ਲਈ, ਠੰਡਕ ਲੈਣ ਲਈ ਯਤਨ ਕਰਨੇ ਪੈਣਗੇ। ਆਪਣੇ ਅੰਦਰ ਬੈਠਾ ਹੋਇਆ ਕਿਤੇ ਸੱਜਣ ਠੱਗ ਵੀ ਦੇਖਣਾ ਪਵੇਗਾ। ਜਦੋਂ ਆਪਾਂ ਦੂਜਿਆਂ ਨੂੰ ਹੀ ਠੱਗ ਸਮਝਦੇ ਆ, ਆਪਣੇ ਆਪ ਨੂੰ ਸਾਧ ਸਮਝਦੇ ਆ ਨਾ ਵੀ ਮੇਰੇ ਵਰਗਾ ਭਲਾ ਹੀ ਕੋਈ ਨਹੀਂ ਤੇ ਦੂਜੇ ਤੇ ਸਾਰੇ ਬੁਰੇ ਨੇ ਮੇਰੇ ਆਸੇ-ਪਾਸੇ, ਤੇ ਇਹ ਬਾਤ ਉਦੋਂ ਗੁਰੂ ਸਿਧਾਂਤ ਦੇ ਅਨੁਕੂਲ ਨਹੀਂ ਰਹਿੰਦੀ। ਸਾਹਿਬ ਤਾਂ ਸਮਝਾਉਂਦੇ ਨੇ ਕਿ ਮੈਂ ਹੀ ਸਭ ਤੋਂ ਆਪਣੇ ਆਪ ਨੂੰ ਇਹ ਕਹਾਂ ਪਹਿਲਾਂ ਕਿ ਮੈਂ ਬੁਰਾ ਹਾਂ, ਬਾਕੀ ਸਾਰੇ ਭਲੇ ਨੇ। ਆਪਣੇ ਅੰਦਰਲਾ ਠੱਗ ਕੱਢਣਾ ਪਵੇਗਾ। ਕਿੰਨੇ ਪਿਆਰ ਨਾਲ ਗੁਰੂ ਸਾਹਿਬ ਜੀ ਨੇ ਸਮਝਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਸੱਜਣ ਠੱਗ ਵੀ ਤੇ ਦੂਜਿਆਂ ਦਾ ਹੀ ਹਿੱਸਾ ਪੱਤੀ ਖਾਂਦਾ ਸੀ ਨਾ, ਆਪਣੇ ਹੱਕ ਦੀ ਕਮਾਈ ਨਹੀਂ ਸੀ। ਜਦੋਂ ਸਾਡੇ ਪੱਲੇ 'ਚ ਵੀ ਹੱਕ ਦੀ ਕਮਾਈ ਨਾ ਰਹੀ ਤੇ ਇਹ ਠੱਗ ਪੁਣਾ ਹੀ ਹੈ ਜਿਹਨੂੰ ਅੰਦਰੋਂ ਕੱਢਣਾ ਪਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਉਸੇ ਭਾਂਡੇ 'ਚੋਂ ਠੱਗ ਪੁਣਾ ਕੱਢ ਕੇ ਉਹਦੇ ਨਾਮ ਦੇ ਅਨੁਕੂਲ ਸੱਜਣ ਢਾਈ ਉਸੇ ਸਰੀਰ 'ਚ ਪਾ ਦਿੱਤੀ ਸੀ। ਕੋਈ ਸਰੀਰ ਨਹੀਂ ਸੀ ਬਦਲਿਆ। ਸਾਨੂੰ ਵੀ ਅੱਜ ਸਰੀਰ ਨਹੀਂ ਬਦਲਣ ਦੀ ਲੋੜ। ਸਰੀਰ ਵਿਚਲਾ ਜਿਹੜਾ ਮੈਕੈਨਿਜ਼ਮ ਹੈ ਨਾ, ਸਾਡਾ ਜਿਹੜਾ ਸੌਫਟਵੇਅਰ ਹੈ, ਸੋਚਣ ਸ਼ਕਤੀ ਹੈ, ਇਹਨੂੰ ਬਦਲਣ ਦੀ ਲੋੜ ਹੈ। ਜਿੱਥੇ ਠੱਗ ਪੂਣਾ ਬੈਠਾ ਉਹਨੂੰ ਕੱਢ ਦਈਏ ਤੇ ਹੱਕ ਦੀ ਕਮਾਈ ਜਿਹੜੀ ਹੈ ਨਾ, ਹੱਕ ਪਰਾਇਆ ਨਾਨਕਾ, ਪਰਾਇਆ ਹੱਕ ਖਾਣਾ ਛੱਡ ਕੇ ਮੁਰਦਾਰ ਖਾਣਾ ਬੰਦ ਕਰ ਦਈਏ। ਕੌਡੇ ਭੀਲ ਵਾਲੀ ਗੱਲ ਕਹਿੰਦੇ ਉਹ ਬੰਦੇ ਖਾ ਜਾਂਦਾ ਸੀ। ਅਸੀਂ ਬੰਦੇ ਦਾ ਮਾਸ ਨਹੀਂ ਖਾਂਦੇ, ਪਰ ਬੰਦਾ ਖਾਣ ਤੋਂ ਘੱਟ ਅਸੀਂ ਕੁਝ ਵੀ ਨਹੀਂ ਕਰਦੇ। ਜਦੋਂ ਕਿਸੇ ਦਾ ਹੱਕ ਮਾਰਨਾ, ਬਸ ਅੰਦਰ ਜੇ ਆਪਣੇ ਧਰਮਸ਼ਾਲਾ ਬਣਾਉਣੀ ਹੈ, ਜੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦਾ ਪਿਆਰ ਵਿਆਜਣਾ ਹੈ ਤਾਂ ਆਪਣੇ ਅੰਦਰੋਂ ਇਹ ਬੁਰਾਪਨ ਖਤਮ ਕਰਨਾ ਪਵੇਗਾ। ਫਿਰ ਸਾਹਿਬ ਜੀ ਦੇ ਇਹ ਬਚਨ ਸਾਨੂੰ ਜਪਜੀ ਸਾਹਿਬ ਦੇ ਅੰਤ ਵਿੱਚ ਜਦੋਂ ਪੜ੍ਹਦੇ ਆ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉੱਥੇ ਤਾਂ ਇਹੀ ਦੇਖੀਆਂ ਜਾਣੀਆਂ ਸਾਡੀਆਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹਨਾਂ ਦੇ ਆਧਾਰ ਤੇ ਹੀ ਇਹ ਗੁਰੂ ਸਾਹਿਬ ਜੀ ਡਿਸਾਈਡ ਕਰਨਗੇ ਕੋਈ ਕਿੰਨਾ ਕੋ ਮੇਰੇ ਨੇੜੇ ਆ ਤੇ ਕੋਈ ਕਿੰਨਾ ਕੋ ਮੇਰੇ ਦੂਰ ਹੈ। ਕੱਲੇ ਮੇਰੇ ਵਰਗੇ ਦੇ ਚਿੱਟੇ ਕੱਪੜੇ ਪਾਇਆ ਗੱਲ ਨਹੀਂ ਬਣਨੀ। ਆਪਣੇ ਕਰਮ ਨੂੰ ਚੇਂਜ ਕਰਨਾ ਪਵੇਗਾ ਤੇ ਕਰਮ ਨੂੰ ਬਦਲਣ ਦੇ ਲਈ ਸਭ ਤੋਂ ਵੱਡੀ ਬਾਤ ਸਾਡੇ ਕੋਲ ਗੁਰਬਾਣੀ ਦੀ ਹੈ। ਜਿੰਨੀ ਪੜ੍ਹ ਲਵਾਂਗੇ ਆਪਣੀਆਂ ਕਰਤੂਤਾਂ ਦਾ ਸ਼ੀਸ਼ਾ, ਸਖਤ ਲਫ਼ਜ਼ ਨੇ ਪਰ ਗੁਰੂ ਸਾਹਿਬ ਨੇ ਵਰਤੇ ਨੇ ਸਾਡੇ ਲਈ, ਕਰਤੂਤ ਪਸ਼ੂ ਕੀ ਮਾਨਸ ਜਾਤ। ਆਪਣੀਆਂ ਕਰਨੀਆਂ ਦਾ, ਬੁਰਾਈਆਂ ਦਾ ਸ਼ੀਸ਼ਾ ਦੇ ਦੇਖਣਾ ਚਾਹਾਂਗੇ ਤੇ ਹਰ ਰੋਜ਼ ਦਿਸੇਗਾ। ਜਪਜੀ ਸਾਹਿਬ ਦੀ ਸ਼ੁਰੂਆਤ ਤੋਂ ਲੈ ਕੇ ਨਿਤਨੇਮ ਦੀ ਸਮਾਪਤੀ ਤੱਕ, ਵਾਜੇ ਅਨਹਦ ਤੂਰੇ ਤੱਕ ਸਾਨੂੰ ਆਪਣਾ ਸ਼ੀਸ਼ਾ ਹੀ ਸ਼ੀਸ਼ਾ ਦਿਸਦਾ ਜਾਵੇਗਾ। ਤੇ ਜਦੋਂ ਸ਼ੀਸ਼ੇ 'ਚ ਕੁਝ ਦਿਸ ਜਾਵੇ, ਮੇਰੇ ਮੂੰਹ ਤੇ ਕੁਝ ਲੱਗਾ ਏ, ਮੇਰੇ ਗਲ ਤੇ ਕੁਝ ਲੱਗਾ, ਮੇਰੀ ਦਸਤਾਰ ਤੇ ਕੁਝ ਲੱਗਾ, ਉਹਨੂੰ ਸਾਫ਼ ਕਰੀਦਾ, ਲੱਗਾ ਨਹੀਂ ਰਹਿਣ ਦੀਦਾ ਜਾਂ ਹੋਰ ਚੱਕ ਕੇ ਵੀ ਹੋਰ ਲਾ ਲਈਏ ਕੁਝ। ਇਸੇ ਤਰ੍ਹਾਂ ਆਪਣੀ ਹਸਤੀ ਨੂੰ ਜਿਉਂ-ਜਿਉਂ ਸ਼ਿੰਗਾਰਦੇ ਜਾਵਾਂਗੇ, ਇਸ ਸ਼ੀਸ਼ੇ ਵਿੱਚ ਦੇਖ ਕੇ ਹੋਰ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਸਾਂ, ਬਖਸ਼ਿਸ਼ਾਂ ਤੇ ਪਿਆਰ ਲੈਂਦੇ ਜਾਵਾਂਗੇ। ਸਾਹਿਬ ਜੀ ਦੇ ਹਜ਼ੂਰ ਇਹ ਬੇਨਤੀ ਹੈ, ਮਾਲਕ ਜੀ ਜਿਵੇਂ ਸਾਨੂੰ ਇੱਥੇ ਆਪਣੇ ਚਰਨ ਛੋਹ ਪ੍ਰਾਪਤ ਧਰਤੀ ਤੇ ਬਿਠਾ ਲਿਆ ਹੈ, ਕਿਰਪਾ ਕਰੋ ਸਾਡੇ ਹਿਰਦਿਆਂ ਨੂੰ ਵੀ ਇਹ ਦਾਤ ਮਿਲ ਜਾਵੇ। ਅਸੀਂ ਕਹਿ ਲਈਏ ਸਾਡੇ ਹਿਰਦੇ ਨੂੰ ਵੀ ਤੁਹਾਡੇ ਚਰਨਾਂ ਦੀ ਛੋਹ ਹੈ, ਉਹ ਗੁਰਬਾਣੀ ਪੜ੍ਹ ਪੜ੍ਹ ਕੇ ਲੱਭਣੀ ਹੈ। ਮਾਲਕ ਕਿਰਪਾ ਕਰਨ ਜੀ। ਜੋ ਸਮਾਂ ਦਿੱਤਾ ਗਿਆ ਸੀ ਸਮਾਪਤ ਹੈ ਜੀ। ਹੋਈਆਂ ਭੁੱਲਾਂ ਗਲਤੀਆਂ ਲਈ ਸਾਰੀ ਸੰਗਤ ਕੋਲੋਂ ਮਾਫੀ ਮੰਗਦੇ ਹਾਂ। ਕੋਟਾਨ ਕੋਟ ਸ਼ੁਕਰ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਰੀ ਸੰਗਤ ਦਾ, ਸੰਗਤ ਦੇ ਨੁਮਾਇੰਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨਾਲ ਰਲ ਮਿਲ ਕੇ ਆਪ ਜੀ ਦੇ ਦਰਸ਼ਨ ਕਰਨ ਦਾ ਸਬਬ ਬਣਿਆ ਜੀ। ਕਿਰਪਾ ਕਰੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले